ਬੱਚਿਓ, ਆਪਾਂ ਪਿਛਲੀ ਵੀਡੀਓ ਦੇ ਵਿੱਚ ਅੰਗ ਸੰਗ ਚੈਪਟਰ ਜੋ ਕਿ ਤੁਹਾਡੀ ਵੰਨਗੀ ਬੁੱਕ ਦੇ ਵਿੱਚ ਵੰਨਗੀ ਪੰਜਾਬੀ ਕਹਾਣੀਆਂ ਤੇ ਇਕਾਂਗੀ ਬੁੱਕ ਦੇ ਵਿੱਚ ਦਰਜ ਹੈ। ਅੱਧੀ ਕਹਾਣੀ ਆਪਾਂ ਅੰਗ ਸੰਗ ਜਿਹੜੀ ਕਰ ਲਈ ਸੀ ਤੇ ਅੱਧੀ ਆਪਾਂ ਅੱਜ ਕੰਟੀਨਿਊ ਕਰਨੀ ਹੈ, ਜੋ ਕਿ ਵਰਿਆਮ ਸਿੰਘ ਸੰਧੂ ਦੇ ਦੁਆਰਾ ਲਿਖੀ ਹੋਈ ਹੈ। ਇਹਦੇ ਵਿੱਚ ਆਪਾਂ ਪੜ੍ਹਿਆ ਸੀ ਕਿ ਇਸ ਕਹਾਣੀ ਵਿੱਚ ਲੇਖਕ ਨੇ ਛੋਟੇ ਕਿਸਾਨ ਪਰਿਵਾਰ ਦੀਆਂ ਤੰਗੀਆਂ ਤੁਰਸ਼ੀਆਂ, ਮਜਬੂਰੀਆਂ ਅਤੇ ਨਸ਼ੇ ਦੀਆਂ ਭੈੜੀਆਂ ਆਦਤਾਂ ਕਾਰਨ ਹੋਈ ਮੰਦਹਾਲੀ ਨੂੰ ਬਿਆਨ ਕੀਤਾ ਹੈ। ਆਪਾਂ ਪੜ੍ਹਿਆ ਸੀ ਕਿ ਕਰਤਾਰ ਸਿੰਘ ਆਪਣੇ ਨਸ਼ਿਆਂ ਦੀ ਭੈੜੀ ਆਦਤ ਕਾਰਨ ਜਿਹੜਾ ਜ਼ਿੰਦਗੀ ਤੋਂ ਹੱਥ ਧੋ ਬੈਠਾ ਸੀ ਤੇ ਉਸ ਦਾ ਪੁੱਤਰ ਅਮਰੀਕ ਸਿੰਘ ਜੋ ਕਿ ਵੱਡਾ ਸੀ, ਉਹਦੇ ਗੱਲ ਜਿਹੜੀ ਜ਼ਿੰਮੇਵਾਰੀ ਪੈ ਗਈ ਸੀ ਤੇ ਉਹਨੂੰ ਹਰ ਵੇਲੇ ਇਹ ਲੱਗ ਰਿਹਾ ਸੀ ਕਿ ਉਸਦਾ ਪਿਤਾ ਜਿਹੜਾ ਉਹਦੇ ਅੰਗ ਸੰਗ ਹੈ, ਕਦੇ ਉਹ ਆਪਣੇ ਪਿਤਾ ਬਾਰੇ ਸੋਚਦਾ ਏ ਤੇ ਕਦੇ ਉਹ ਜ਼ਿੰਮੇਵਾਰੀਆਂ ਬਾਰੇ ਸੋਚਦਾ ਹੈ ਘਰ ਦੀਆਂ ਜੋ ਉਹਦੇ ਗੱਲ ਪਈਆਂ, ਕਦੇ ਸੁਸਾਇਟੀ ਦਾ ਅਫਸਰ ਆਉਂਦਾ ਏ, ਕਦੇ ਆਪਦੀ ਛੋਟੀ ਭੈਣ ਬਾਰੇ ਸੋਚਦਾ ਹੈ ਜੋ ਕਿ ਵਿਆਹੁਣ ਵਾਲੀ ਹੈ। ਇਸ ਤਰ੍ਹਾਂ ਆਪਾਂ ਇੱਥੋਂ ਤੱਕ ਆਲਰੇਡੀ ਪੜ੍ਹ ਚੁੱਕੇ ਹਾਂ, ਕਰ ਚੁੱਕੇ ਹਾਂ। ਤੇ ਫਿਰ ਉਹ ਕਦੇ ਆਪਣੇ ਪਿਓ ਦੇ ਮੌਤ ਦੇ ਕਾਰਨ ਬਾਰੇ ਸੋਚਦਾ ਹੈ, ਠੀਕ ਹੈ, ਕਿ ਕਈ ਸਾਲਾਂ ਤੋਂ ਆਪਦੇ ਪਿਓ ਨਾਲ ਘੁੱਟਿਆ ਰਿਹਾ ਸੀ। ਉਹਨੇ ਕਦੇ ਆਪਣੇ ਪਿਤਾ ਦੇ ਨਾਲ ਕੋਈ ਗੱਲ ਸਾਂਝੀ ਨਹੀਂ ਸੀ ਕੀਤੀ, ਠੀਕ ਹੈ। ਉਹਨੂੰ ਲੱਗਦਾ ਸੀ ਕਿ ਉਹ ਪਿਤਾ ਉਹਦੇ ਨਸ਼ਿਆਂ ਦਾ ਆਦੀ ਹੈ, ਠੀਕ ਹੈ। ਉਹਨੇ ਕਦੇ ਨਹੀਂ ਸੀ ਮਤਲਬ ਡਿਸਕਸ ਕੀਤਾ ਕਿ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ ਹੈ। ਉਹਨਾਂ ਇੱਕ ਦੂਜੇ ਨਾਲ ਕਦੀ ਘੱਟ ਵੱਧ ਹੀ ਦਿਲ ਦੀ ਗੱਲ ਕੀਤੀ ਸੀ। ਉਸਨੂੰ ਕਈ ਅਜਿਹੇ ਪਿਓ ਪੁੱਤਾਂ ਦਾ ਖਿਆਲ ਆਇਆ ਜੋ ਇੱਕ ਦੂਜੇ ਨਾਲ ਦੋਸਤਾਂ ਵਾਂਗ ਹੱਸਦੇ ਪਿਆਰ ਕਰਦੇ ਗੱਲਾਂ ਕਰਦੇ ਸਨ। ਇਸ ਤਰ੍ਹਾਂ ਉਹ ਦੂਜੇ ਪਿਓ ਪੁੱਤਾਂ ਬਾਰੇ ਸੋਚਦਾ ਜੋ ਮਤਲਬ ਬੜੇ ਦੋਸਤਾਂ ਵਾਂਗ ਰਹਿੰਦੇ ਸੀ, ਪਿਆਰ ਨਾਲ ਰਹਿੰਦੇ ਸੀ, ਗੱਲਾਂ ਕਰਦੇ ਸੀ ਦੋਸਤਾਂ ਵਾਂਗ। ਉਹ ਵੀ ਤਾਂ ਇੰਜ ਕਰ ਸਕਦਾ ਸੀ, ਪਰ ਉਹ ਕੁਝ ਨਹੀਂ ਸੀ ਕਰ ਸਕੀ। ਉਹਦਾ ਪਿਓ ਤੁਰ ਗਿਆ ਸੀ ਛੋਟੀ ਉਮਰ ਵਿੱਚ। 45 ਸਾਲ ਵੀ ਕੋਈ ਉਮਰ ਹੁੰਦੀ ਹੈ। 45 ਸਾਲ ਦੀ ਉਮਰ ਵਿੱਚ ਕਹਿੰਦੇ ਉਹਦਾ ਪਿਓ ਤੁਰ ਗਿਆ ਸੀ। ਉਹਦੇ ਅੰਦਰ ਭਰਮੀ ਰੀਝ ਜਾਗੀ। ਹਾਂਜੀ ਬੱਚੇ, ਰੀਝ ਹੁੰਦੀ ਹੈਗੀ ਇੱਛਾ। ਅੱਜ ਮਤਲਬ ਉਹਦੇ ਅੰਦਰ ਰੀਝ ਜਾਗੀ ਸੀ ਕਿਤੇ ਉਹਦਾ ਪਿਓ ਜਿਉਂਦਾ ਹੋ ਜਾਵੇ, ਠੀਕ ਹੈ, ਤੇ ਉਸ ਨਾਲ ਇੰਨਾ ਪਿਆਰ ਕਰੇ ਤੇ ਦੂਰ ਬਚਪਨ ਵਿੱਚ ਗੁਆਚ ਗਿਆ। ਇਸ ਤਰ੍ਹਾਂ ਗੱਲਾਂ ਕਰਦਾ ਕਰਦਾ ਉਹਨੂੰ ਐਂ ਲੱਗਦਾ ਸੀ ਕਿ ਨਿੱਕੀ ਨਿੱਕੀ ਦਾੜੀ ਵਾਲਾ ਉਹਦਾ ਪਿਓ ਉਹਨੂੰ ਪਹਿਲੀ ਜਮਾਤ ਵਿੱਚ ਦਾਖਲ ਕਰਾਉਣ ਗਿਆ ਸੀ। ਮਤਲਬ ਇਸ ਤਰ੍ਹਾਂ ਸੋਚਦਾ ਸੋਚਦਾ ਉਹ ਬਚਪਨ ਵਿੱਚ ਚਲਾ ਗਿਆ। ਜਦੋਂ ਉਹਦੇ ਪਿਤਾ ਦੀ ਛੋਟੀ ਛੋਟੀ ਦਾੜੀ ਸੀ, ਉਹਨੂੰ ਮਤਲਬ ਉਹ ਸਕੂਲ ਦਾਖਲ ਕਰਾਉਣ ਗਿਆ ਸੀ ਤਾਂ ਮਾਸਟਰ ਮੁਲਕ ਰਾਜ ਅਮਰੀਕ ਨੂੰ ਉਹਦੀ ਪਿੱਠ ਥਾਪੜਦਿਆਂ ਕਿਹਾ ਸੀ। ਪਿੱਠ ਥਾਪੜਦਿਆਂ ਬੇਟੇ ਸ਼ਾਬਾਸ਼ੇ ਦੇਣੀ ਜਾਂ ਹੌਸਲਾ ਦੇਣਾ, ਠੀਕ ਹੈ। ਆ ਵੇਖ ਤੇਰੇ ਜਿੱਡੇ ਮੁੰਡੇ ਸਾਰੇ, ਉਹ ਵੇਖ ਖੁਸ਼ੀਏ ਦਾ ਮੁੰਡਾ ਤੇਰੇ ਤੋਂ ਵੀ ਛੋਟਾ, ਮਤਲਬ ਸਕੂਲ ਦੀਆਂ ਗੱਲਾਂ, ਠੀਕ ਹੈ। ਮਰੀਕੇ ਦਾ ਪਿਓ, ਅਮਰੀਕਾ ਮਤਲਬ ਅਮਰੀਕ ਸਿੰਘ। ਅਮਰੀਕਾ ਇੱਥੇ ਕਿਹਨੂੰ ਕਿਹਾ ਗਿਆ? ਅਮਰੀਕ ਸਿੰਘ ਦੀ ਗੱਲ ਕੀਤੀ ਗਈ ਹੈ ਵੀ ਮੇਰੇ ਕੋਲ ਪੜ੍ਹਦਾ ਰਿਹਾ। ਮਾਸਟਰ ਜੀ ਨੇ ਕੀ ਕਿਹਾ? ਤਾਂ ਮਾਸਟਰ ਨੇ ਦੱਸਿਆ ਕਿ ਅਮਰੀਕ ਸਿੰਘ ਦੇ ਫਾਦਰ ਸਾਹਿਬ ਵੀ ਉਹਨਾਂ ਕੋਲ ਪੜ੍ਹਦੇ ਸੀ ਤੇ ਅਮਰੀਕ ਵੀ ਹੁਣ ਉਹਨਾਂ ਕੋਲ ਹੀ ਪੜ੍ਹੇਗਾ। ਤੇ ਅਮਰੀਕ ਸਿੰਘ ਨੂੰ ਹੁਣ ਲੱਗ ਰਿਹਾ ਸੀ ਕਿ ਉਹਦਾ ਪਿਤਾ ਇੱਕ ਵਗਦੇ ਦਰਿਆ ਵਿੱਚ ਉਹਨੂੰ ਇਕੱਲਿਆਂ ਛੱਡ ਕੇ, ਠੀਕ ਹੈ, ਵਗਦੇ ਦਰਿਆ ਵਿੱਚ ਉਹਨੂੰ ਇਕੱਲਿਆਂ ਛੱਡ ਕੇ ਪਰਲੇ ਬੰਨੇ ਤੇ ਜਾ ਖਲੋਤਾ ਸੀ। ਪਰਲਾ ਬੰਨਾ ਹੁੰਦਾ ਬੇਟੇ ਮਤਲਬ ਦੂਜੇ ਪਾਸੇ ਵਾਲਾ ਕਿਨਾਰਾ। ਉਹਨੂੰ ਲੱਗ ਰਿਹਾ ਸੀ ਕਿ ਹੁਣ ਉਹਦੇ ਪਿਤਾ ਦੂਜੇ ਪਾਸੇ ਕਿਨਾਰੇ ਤੇ ਜਾ ਕੇ ਖੜੇ ਹੋ ਗਏ ਸੀ। ਕੱਕੀ ਕੱਕੀ ਦਾੜੀ ਤੇ ਨਿੱਕੀਆਂ ਨਿੱਕੀਆਂ ਮੁੱਛਾਂ ਵਾਲਾ, ਜਿਸ ਨੂੰ ਕਦੇ ਬੜਾ ਪਿਆਰ ਕਰਦਾ ਸੀ, ਠੀਕ ਹੈ, ਬਚਪਨ ਦੀਆਂ ਗੱਲਾਂ ਯਾਦ ਕਰਦਾ, ਜਿਹੜਾ ਅਜੇ ਵੀ ਛਾਲਾਂ ਮਾਰਦਾ ਸੀ, ਸਾਰਿਆਂ ਤੋਂ ਅੱਗੇ ਡਿੱਗਦਾ ਸੀ, ਫਿਰ ਹੋਰਨਾਂ ਨੂੰ ਹੱਸ ਕੇ ਕਹਿੰਦਾ ਸੀ ਅਸੀਂ ਤਾਂ ਜੀ ਜੰਤ ਵਾਲੇ ਹੋ ਗਏ ਆ, ਹੁਣ ਸਾਥੋਂ ਛਾਲਾਂ ਕਿੱਥੇ ਵੱਜਦੀਆਂ ਬੁੱਢਿਆਂ ਬੰਦਿਆਂ ਤੋਂ। ਕਹਿੰਦੇ ਉਹ ਆਪਦੇ ਪਿਤਾ ਦੀ ਗੱਲ ਕਰਦਾ ਕਿ ਅਜੇ ਵੀ ਉਹ ਮਤਲਬ ਸਾਰਿਆਂ ਤੋਂ ਅੱਗੇ ਜਾਂਦੇ ਸੀ, ਮਤਲਬ ਇੰਨਾ ਸਰੀਰ ਤਕੜਾ ਸੀ। ਫਿਰ 6-7 ਸਾਲ ਦੇ ਅਮਰੀਕ ਦੀ ਪਿੱਠ ਥਾਪੜ ਕੇ ਆਖਦਾ, ਤੂੰ ਮਾਰਿਆ ਕਰ ਛਾਲਾਂ ਪੁੱਤਰਾ ਹੁਣ ਸਾਡੀ ਥਾਂ ਤੇ। ਫਿਰ ਉਹ ਮਤਲਬ ਉਹਨੂੰ ਕਹਿੰਦੇ ਹੁੰਦੇ ਵੀ ਹੁਣ ਸਾਡੀ ਥਾਂ ਤੇ ਤੂੰ ਮਾਰਿਆ ਕਰ, ਅਸੀਂ ਤਾਂ ਬੁੱਢੇ ਹੋ ਗਏ। ਤੇ ਕਈ ਸਾਲ ਅਮਰੀਕ ਇਹ ਉਡੀਕਦਾ ਰਿਹਾ ਕਿ ਉਹਦਾ ਪਿਓ ਬੁੱਢਾ ਹੋਵੇ, ਠੀਕ ਹੈ, ਕਿਉਂਕਿ ਉਹਨੂੰ ਮਤਲਬ ਉਹਦਾ ਪਿਓ ਬੜਾ ਯੰਗ ਸੀ, ਜਵਾਨ ਸੀ, ਬੜਾ ਤਕੜਾ ਸੀ, ਬੜੀਆਂ ਮਤਲਬ ਵੱਡੀਆਂ ਵੱਡੀਆਂ ਛਾਲਾਂ ਮਾਰਦਾ ਸੀ ਕਿ ਉਹਦੀ ਦਾੜੀ ਵਿੱਚ ਧੌਲੇ ਆਉਣ।
ਅਮਰੀਕ ਨੂੰ ਇਹ ਸੀ ਕਿ ਉਹਦਾ ਪਿਓ ਬੁੱਢਾ ਹੋਵੇ, ਦਾੜੀ 'ਚ ਧੌਲਾ ਆਉਣ, ਕਿਉਂਕਿ ਕੋਈ ਨਵਾਂ ਆਇਆ ਮਾਸਟਰ ਜਾਂ ਅਜਨਬੀ ਬੰਦਾ ਅਮਰੀਕ ਕੋਲੋਂ ਇਹ ਪੁੱਛਦਾ ਤਾਂ ਇਹੋ ਆਖਦਾ ਕਿ ਤੇਰਾ ਵੱਡਾ ਭਰਾ ਏ। ਠੀਕ ਹੈ, ਉਹਨੂੰ ਕੋਈ ਨਹੀਂ ਸੀ ਕਹਿੰਦਾ ਕਿ ਤੇਰਾ ਪਿਤਾ ਏ। ਤੇ ਅਮਰੀਕ ਨੂੰ ਇਹ ਚੰਗਾ ਨਾ ਲੱਗਦਾ। ਉਹਦਾ ਪਿਓ ਕਿਉਂ ਨਹੀਂ ਲੱਗਦਾ ਸੀ? ਉਹ ਕਹਿੰਦਾ ਸੀ ਮੇਰਾ ਭਰਾ ਕਿਉਂ ਲੱਗਦਾ। ਤੇ ਉਹਨੂੰ ਲੱਗਦਾ ਸੀ ਕਿ ਸਾਰੇ ਪਿਓਆਂ ਨੂੰ ਸਿਆਣੇ ਸਿਆਣੇ ਧੌਲੀ ਦਾੜੀ ਵਾਲੇ। ਧੌਲੀ ਦਾੜੀ ਵਾਲੇ ਮਤਲਬ ਚਿੱਟੀ ਦਾੜੀ ਵਾਲੇ, ਮਤਲਬ ਅੱਧ ਚਿੱਟੀ ਜੀ ਕਹਿ ਸਕਦੇ ਹਾਂ, ਅੱਧ ਚਿੱਟੀ ਦਾੜੀ ਵਾਲੇ ਹੋਣਾ ਚਾਹੀਦਾ ਏ। ਤੇ ਛਾਲਾਂ ਮਾਰਦੇ ਅਮਰੀਕ ਦੇ ਪਿਓ ਨੂੰ ਕੋਈ ਬਜ਼ੁਰਗ ਹੱਸ ਕੇ ਕਹਿੰਦਾ, ਪੁੱਤਰਾ ਆਉਂਦੀਆਂ ਗੱਲਾਂ ਤੈਨੂੰ, ਤੇਰੇ ਸਿੰਗਾਂ ਤੇ ਹੈ ਜੀ, ਜਦੋਂ ਸਿਰ ਤੇ ਪਈ ਫੇਰ ਵੇਖੀ। ਠੀਕ ਹੈ, ਉਹਦਾ ਕੀ ਮਤਲਬ ਸੀ? ਇਹ ਸੀਸਾਂ ਪਿਓ ਦੇ ਸਿਰ ਨੂੰ ਹੈ ਜਿਹੜਾ ਸਿੰਗਾਪੁਰੋਂ 4 ਪੈਸੇ ਘਲਾਈ ਜਾਂਦਾ ਹੈ, ਕਿਉਂਕਿ ਉਹਦਾ ਜਿਹੜਾ ਪਿਤਾ ਸੀ ਜਾਨੀ ਕਿ ਅਮਰੀਕ ਸਿੰਘ ਦਾ ਦਾਦਾ ਸਿੰਗਾਪੁਰ ਤੋਂ ਉਹਨੂੰ ਪੈਸੇ ਘੱਲਦਾ ਸੀ। ਉਹ ਸਿੰਗਾਪੁਰ ਸੀ, ਜਾਨੀ ਕਿ ਕਰਤਾਰ ਸਿੰਘ ਦੇ ਪਿਤਾ ਸਿੰਗਾਪੁਰ ਗਏ ਹੋਏ ਸੀ, ਉਹਨੂੰ ਉੱਥੋਂ ਪੈਸੇ ਭੇਜਦੇ ਸੀ। ਤੇ ਉਹਨੂੰ ਮਤਲਬ ਸਾਰੇ ਲੋਕ ਇਹੀ ਕਹਿੰਦੇ ਸੀ ਕਿ ਤੂੰ ਆਪਣੇ ਪਿਤਾ ਦੇ ਸਿਰ ਤੇ ਐਸ਼ ਕਰ ਰਿਹਾ, ਤਾਂ ਹੀ ਮਤਲਬ ਉਹ ਪਿਤਾ ਦੇ ਸਿਰ ਤੇ ਐਸ਼ ਕਰ ਰਿਹਾ ਸੀ, ਤਾਂ ਹੀ ਉਹ ਨਸ਼ਿਆਂ ਦੇ ਆਦੀ ਹੋ ਗਿਆ ਸੀ। ਤੇ ਉਹ ਸੱਚੀ ਪਿਤਾ ਦੇ ਸਿਰ ਤੇ ਐਸ਼ ਲੈ ਰਿਹਾ ਸੀ। ਜ਼ਮੀਨ ਹਿੱਸੇ ਦੀ ਠੇਕੇ ਤੇ ਦੇ ਛੱਡਦਾ ਸੀ ਤੇ ਆਪ ਪਿੰਡ ਦੀਆਂ ਢਾਣੀਆਂ ਵਿੱਚ 2 ਘੋੜਾ ਬੋਸ਼ਕੀ ਦੀ ਲਿਸ਼ਕਦੀ ਕਮੀਜ਼, 2 ਘੋੜਾ ਬੋਸ਼ਕੀ ਮਤਲਬ ਜਿਹਨੂੰ ਕਹਿੰਦੇ ਨੇ ਨਾ ਵੀ 2 ਘੋੜਿਆਂ ਵਾਲੀ ਚਿੱਟੀ ਕਮੀਜ਼, ਮਤਲਬ ਬੜੀ ਚੰਗੀ ਕਾਟਨ ਦੀ ਕਮੀਜ਼ ਪਾਈ ਰੱਖਦਾ ਤੇ ਸਿਰ ਤੇ ਗਾਜਰੀ ਪੱਗ ਬੰਨੀ ਫਿਰਦਾ। ਉਸਦੇ ਹੱਥਾਂ ਵਿੱਚ ਤੇਲ ਨਾਲ ਲਿਸ਼ਕਦੀ ਸੰਮਾਂ ਵਾਲੀ ਡਾਂਗ ਹੁੰਦੀ। ਜਾਰ ਵੇਲੀ ਪੈਸੇ ਵਾਲਾ ਆਦਮੀ ਕਹਿ ਕੇ ਉਹਨੂੰ ਮਤਲਬ ਖਾਂਦੇ ਰਹਿੰਦੇ। ਅਮਰੀਕ ਨੂੰ ਯਾਦ ਸੀ ਕਿ ਉਸਦੇ ਪਿਤਾ ਨੇ ਨਿੱਕੇ ਨਿੱਕੇ ਕਈ ਸ਼ੁਗਲ ਪਾਲ ਰੱਖੇ ਸੀ। ਸ਼ੁਗਲ ਹੁੰਦਾ ਸ਼ੌਂਕ, ਜਿਵੇਂ ਛਾਲਾਂ ਮਾਰਨ ਤੇ ਕੌਡੀ ਖੇਡਣਾ। ਠੀਕ ਹੈ, ਸ਼ਿਕਾਰੀ ਕੁੱਤੇ ਰੱਖਣੇ, ਢਾਣੀਆਂ ਬੰਨ ਕੇ ਸ਼ਿਕਾਰ ਨੂੰ ਜਾਣਾ। ਠੀਕ ਹੈ ਵੀ, ਸ਼ੁਗਲ ਸ਼ੌਂਕ। ਠੀਕ ਹੈ, ਕਿਹੜੇ ਕਿਹੜੇ ਸ਼ੌਂਕ ਪਾਲੇ ਸੀ? ਕੌਡੀ ਖੇਡਣਾ ਮਤਲਬ ਕਬੱਡੀ ਖੇਡਣਾ, ਸ਼ਿਕਾਰੀ ਕੁੱਤੇ ਪਾਲਣੇ, ਢਾਣੀਆਂ ਮਤਲਬ ਗਰੁੱਪ ਬੰਨ ਕੇ ਸ਼ਿਕਾਰ ਖੇਡਣ ਜਾਣਾ। ਇਸ ਤਰ੍ਹਾਂ ਉਹਨੇ ਮਤਲਬ ਕਈ ਤਰ੍ਹਾਂ ਦੇ ਸ਼ੌਂਕ ਪਾਲ ਰੱਖੇ ਸੀ। ਉਦੋਂ ਅਜੇ ਨਵੀਆਂ ਖਾਦਾਂ ਤੇ ਬੀਜ ਤੁਰੇ ਨਹੀਂ ਸਨ, ਇਸ ਲਈ ਕਰਤਾਰ ਸਿੰਘ ਨੂੰ ਜ਼ਮੀਨ ਖਰੀਦਣ ਦੇ ਕੋਈ ਲਾਲਚ ਨਹੀਂ ਸੀ। ਮਤਲਬ ਕੋਈ ਬਾਹਲੀਆਂ ਖਾਦਾਂ ਤੇ ਨਵੇਂ ਬੀਜਾਂ ਨਾਲ ਪੈਦਾਵਾਰ ਜ਼ਿਆਦਾ ਨਹੀਂ ਹੁੰਦੀ ਸੀ ਤੇ ਜ਼ਮੀਨ ਖਰੀਦਣ ਦਾ ਕੋਈ ਬਹੁਤਾ ਲਾਲਚ ਨਹੀਂ ਸੀ, ਕਿਉਂਕਿ ਕੋਈ ਬਹੁਤੀ ਆਮਦਨ ਉਹਦੀ ਜ਼ਮੀਨ ਵਿੱਚੋਂ ਇੰਨੀ ਨਹੀਂ ਸੀ ਹੁੰਦੀ। ਸ਼ਾਇਦ ਉਂਝ ਵੀ ਬਹੁਤੀ ਆਮਦਨ ਕਮਾਉਣ ਵੱਲ ਉਹਦਾ ਰੁਝਾਨ ਵੀ ਨਹੀਂ ਸੀ, ਕਿਉਂਕਿ ਪਿਤਾ ਉਹਦੇ ਪੈਸੇ ਘੱਲ ਰਿਹਾ ਸੀ। ਉਹਨਾਂ ਪੈਸਿਆਂ ਦੇ ਨਾਲ ਉਹ ਕੀ ਸੀਗਾ, ਗੁਲਸ਼ਰਲੇ ਉਡਾ ਦਿੰਦਾ ਸੀ। ਗੁਲਸ਼ਰਲੇ ਉਡਾਉਣਾ ਮਤਲਬ ਐਸ਼ ਮਸਤੀ ਕਰਨੀ, ਐਸ਼ ਪ੍ਰਸਤੀ ਕਰਨੀ, ਮਤਲਬ ਜੋ ਕਹਿ ਲਓ ਕਿ ਜੋ ਆਇਆ ਉਹਨੂੰ ਖਰਚ ਦੇਣਾ। ਠੀਕ ਹੈ, ਉਹਨੂੰ ਕਹਿੰਦੇ ਗੁਲਸ਼ਰਲੇ ਉਡਾਉਣਾ। ਪਰ ਪਿੰਡ ਵਿੱਚ ਉਹਦੀ ਇੱਜ਼ਤ ਬਣੀ ਹੋਈ ਸੀ, ਇੱਜ਼ਤ ਆਪੇ ਬਣੀ ਹੋਈ ਸੀ। ਠੀਕ ਹੈ, ਯਾਰਾਂ ਦੋਸਤਾਂ ਨੂੰ ਖਵਾ ਪਿਆ ਦਿੰਦਾ ਸੀ, ਚੰਗੇ ਕੱਪੜੇ ਪਾਉਣਾ, ਢਾਣੀਆਂ ਬਣਾ ਕੇ ਖੇਡਣਾ, ਸ਼ੌਂਕ ਪਾਲੇ ਹੋਏ ਸੀ, ਕੁੱਤੇ ਰੱਖਣਾ, ਸ਼ਿਕਾਰ ਖੇਲਣਾ। ਠੀਕ ਹੈ, ਵਧੀਆ ਖਿਡਾਰੀ ਹੋਣ ਕਰਕੇ ਕਬੱਡੀ ਖਿਡਾਰੀ ਸੀ, ਛਾਲਾਂ ਵਧੀਆ ਮਾਰਦਾ ਸੀ, ਚਿੱਟੇ ਕੱਪੜਿਆਂ ਕਰਕੇ, ਪੈਸੇ ਵਾਲੇ ਦਾ ਪੁੱਤ ਹੋਣ ਕਰਕੇ, 4 ਬੰਦੇ ਡਾਂਗਾ ਫੜ ਕੇ ਨਾਲ ਤੁਰਨ ਕਰਕੇ। ਠੀਕ ਹੈ, ਅਮਰੀਕ ਪਿਓ ਦੇ ਨਾਲ ਫਿਰਦਾ ਤਾਂ ਉਹਦੇ ਪਿਓ ਦੇ ਯਾਰ ਉਹਨੂੰ ਮਤਲਬ ਬੜਾ ਲਾਡ ਲਡਾਉਂਦੇ ਰਹਿੰਦੇ ਸੀ, ਆਪੇ ਲੜਾਉਂਦੇ ਸੀ ਵੀ ਪੈਸੇ ਵਾਲਾ ਬੰਦਾ ਭਾਈ। ਇਸ ਤਰ੍ਹਾਂ ਮਤਲਬ ਉਹਦੀ ਇੱਜ਼ਤ ਬਣੀ ਹੋਈ ਸੀ ਪਿੰਡ ਦੇ ਵਿੱਚ। ਅਮਰੀਕ ਦੀ ਦਾਦੀ ਕਰਤਾਰ ਸਿੰਘ ਨੂੰ ਇੰਝ ਢਾਣੀਆਂ ਵਿੱਚ ਫਿਰਨ ਤੋਂ ਵੱਜਦੀ ਰਹਿੰਦੀ। ਢਾਣੀਆਂ ਤੁਹਾਨੂੰ ਦੱਸਿਆ ਗਰੁੱਪ। ਠੀਕ ਹੈ, ਵੀ ਯਾਰਾਂ ਦੋਸਤਾਂ ਦਾ ਗਰੁੱਪ ਬਣਾ ਕੇ, ਟੋਲੀਆਂ ਬਣਾ ਕੇ ਫਿਰਨ ਤੋਂ ਵਰਜਦੀ ਰਹਿੰਦੀ। ਵਰਜਦੀ ਮਤਲਬ ਰੋਕਦੀ ਰਹਿੰਦੀ ਸੀ, ਪਰ ਉਹ ਕਿਸੇ ਦੀ ਪਰਵਾਹ ਨਹੀਂ ਸੀ ਕਰਦਾ, ਮੰਨਦਾ ਨਹੀਂ ਸੀ। ਪਤਨੀ ਦੀ ਤਾਂ ਜੁਰਤ ਮਤਲਬ ਹੌਸਲਾ, ਹਿੰਮਤ, ਜੁਰਤ ਹੀ ਨਹੀਂ ਸੀ ਪੈਂਦੀ। ਠੀਕ ਹੈ, ਜੁਰਤ ਮਤਲਬ ਹੌਸਲਾ ਜਾਂ ਹਿੰਮਤ, ਕਿ ਉਸਦੇ ਅੱਗੇ ਉਬਾਸਰੇ ਮਤਲਬ ਬੋਲੇ। ਉਹਦੀ ਤਾਂ ਹਿੰਮਤ ਹੀ ਨਹੀਂ ਸੀ ਪੈਂਦੀ ਕਿ ਉਹਦੇ ਅੱਗੇ ਉਹ ਬੋਲੇ। ਜਨਾਨੀਆਂ ਦਾ ਕੀ ਕੰਮ ਕਿ ਬੰਦਿਆਂ ਦੇ ਮਾਮਲਿਆਂ 'ਚ ਦਖਲ ਦੇਣ ਦਾ, ਉਸਦਾ ਤਾਂ ਵਿਚਾਰ ਸੀ। ਮਤਲਬ ਉਹਦਾ ਇਹ ਵਿਚਾਰ ਸੀ ਕਿ ਜਨਾਨੀਆਂ ਦਾ ਕੰਮ ਨਹੀਂ ਕਿ ਬੰਦਿਆਂ ਦੇ ਵਿੱਚ ਬੋਲਣ, ਉਹਨੂੰ ਬੋਲਣ ਹੀ ਨਹੀਂ ਸੀ ਦਿੰਦਾ ਆਪਦੇ ਅੱਗੇ। ਇੰਝ ਦਿਨ ਗੁਜ਼ਰਦੇ ਜਾ ਰਹੇ ਸੀ। ਅਮਰੀਕ ਦਾ ਦਾਦਾ 2-4 ਸਾਲਾਂ ਵਿੱਚ ਕਿਧਰੇ ਬਾਅਦ ਆਉਂਦਾ ਸੀ ਤੇ ਅਮਰੀਕ ਦੇ ਜੰਮਣ ਤੇ ਜਦੋਂ ਉਹ ਆਇਆ ਤਾਂ ਉਦੋਂ 2 ਕੋਠੜੀਆਂ ਅੱਗੇ ਸੋਫਾ ਤੇ ਇੱਕ ਅੱਗੇ ਬਰਾਂਡਾ ਛਤਵਾ ਕੇ ਉੱਪਰ ਚੁਬਾਰਾ ਪਵਾ ਗਿਆ। ਮਤਲਬ ਜਦੋਂ ਅਮਰੀਕ ਦੇ ਜੰਮਣ ਤੋਂ ਬਾਅਦ ਆਇਆ ਤਾਂ ਉਹਨੂੰ ਚੰਗਾ ਘਰ ਪਵਾ ਗਿਆ, 2 ਕੋਠੜੀਆਂ ਅੱਗੇ ਸੋਫਾ ਜਾਂ ਮਤਲਬ ਬਰਾਂਡਾ ਜਾਂ ਛਤਵਾ ਗਿਆ। ਠੀਕ ਹੈ, ਸ਼ੈੱਡ ਜਾਂ ਪਵਾ ਗਿਆ ਤੇ ਮਤਲਬ ਇਸ ਤਰ੍ਹਾਂ ਉਹਨੂੰ ਰਹਿਣ ਲਈ ਇੱਕ ਚੰਗਾ ਘਰ ਬਣਵਾ ਗਿਆ। ਕਹਿੰਦੇ ਉਹ ਕਰਤਾਰ ਸਿੰਘ ਨੂੰ ਬਥੇਰਾ ਸਮਝਾਉਂਦਾ ਕਿ ਫਜ਼ੂਲ ਖਰਚੀ ਵਿੱਚ ਪੈਸਾ ਘੱਟ ਉਡਾਇਆ ਕਰੇ, ਕੋਈ ਹੋਰ ਚੀਜ਼ ਖਰੀਦ ਲਵੇ।
ਉਹ ਦੱਸਦਾ ਕਿ ਉਹ ਕਿਵੇਂ ਰੋਟੀ ਤੋਂ ਆਤੁਰ ਹੋ ਕੇ ਕਰਜ਼ੇ ਹੇਠਾਂ ਦੱਬੇ। ਆਤੁਰ ਮਤਲਬ ਔਖਾ ਹੋ ਕੇ, ਠੀਕ ਹੈ, ਕਿਵੇਂ ਔਖਾ ਹੋ ਕੇ ਰੋਟੀ ਤੋਂ ਕਰਜ਼ੇ ਹੇਠਾਂ ਦੱਬੇ ਜਾਣ ਕਰਕੇ, ਜ਼ਮੀਨ ਗਹਿਣੇ ਪਈ ਹੋਣ ਕਰਕੇ ਵੀ ਕਿਵੇਂ ਘਰੋਂ ਨਿਕਲਿਆ, ਵੀ ਉਹ ਕਾਰਨ ਦੱਸਦਾ ਵੀ ਸਿੰਗਾਪੁਰ ਕਿਉਂ ਗਿਆ ਉਹ, ਠੀਕ ਹੈ, ਵੀ ਮੈਂ ਬੜਾ ਔਖਾ ਹੋ ਕੇ ਮਤਲਬ ਬਾਹਰ ਗਿਆ, ਤਾਂ ਹੀ ਤੈਨੂੰ ਪੈਸੇ ਘੱਲੀ ਜਾਂਦਾ, ਤੇ ਮੈਂ ਤਾਂ ਬੜਾ ਔਖਾ ਹੋ ਕੇ ਘਰੋਂ ਨਿਕਲਿਆ ਸੀ, ਜ਼ਮੀਨ ਗਹਿਣੇ ਪਈ ਸੀ, ਰੋਟੀ ਤੋਂ ਔਖਾ ਹੋ ਕੇ ਗਿਆ ਸੀ, ਕਰਜ਼ਾ ਚੜਿਆ ਹੋਇਆ ਸੀ, ਤੇ ਤੂੰ ਮਤਲਬ ਹੌਲੀ ਹੌਲੀ ਕੀ ਕੀਤਾ ਉਸਨੇ, ਕਿਸ ਗਹਿਣੇ ਪਈ ਪੈਲੀ ਛਡਵਾਈ, ਪੈਲੀ ਮਤਲਬ ਜ਼ਮੀਨ ਛਡਵਾਈ। ਬਾਹਰਲੇ ਮੁਲਕਾਂ ਵਿੱਚ ਕੰਮ ਕਰਨ ਦੀ ਕਦਰ ਬਾਰੇ ਦੱਸਦਾ ਵੀ ਕਿਵੇਂ ਬਾਹਰਲੇ ਮੁਲਕਾਂ 'ਚ ਕੰਮ ਦੀ ਕਦਰ ਹੈ, ਠੀਕ ਹੈ, ਜਿੱਥੇ ਨਿੱਕੇ ਤੋਂ ਨਿੱਕੇ ਕੰਮ ਕਰਨ ਦੀ ਕੋਈ ਨਮੋਸ਼ੀ ਮਤਲਬ ਝਿਜਕ ਨਹੀਂ ਹੈ, ਠੀਕ ਹੈ, ਵੀ ਕੋਈ ਉੱਥੇ ਛੋਟੇ ਤੋਂ ਛੋਟੇ ਕੰਮ ਵੀ ਮਾੜੇ ਨਹੀਂ ਸਮਝੇ ਜਾਂਦੇ, ਵੀ ਲੋਕ ਛੋਟੇ ਤੋਂ ਛੋਟੇ ਕੰਮ ਵੀ ਕਰ ਲੈਂਦੇ ਆ, ਜਿੱਥੇ ਫੋਕੀ ਫੂਫਾਂ ਦੇ ਕੋਈ ਅਰਥ ਨਹੀਂ ਹੈ। ਫਿਰ ਉਹ ਕਹਿੰਦਾ ਵੀ ਤੂੰ ਇੱਥੇ ਪੈਸਾ ਉਡਾਈ ਜਾ ਰਿਹਾ। ਅਮਰੀਕ ਨੂੰ ਯਾਦ ਸੀ ਕਿ ਉਹਦਾ ਦਾਦਾ ਆਖਰੀ ਵਾਰ ਆਇਆ ਸੀ ਤਾਂ ਉਸਨੇ ਪਿਓ ਨੂੰ ਆਖਿਆ ਸੀ, ਉਹ ਕਰਤਾਰ ਸਿਆਂ, ਜਦੋਂ ਮੈਂ ਆਉਣਾ ਸੋਚਦਾ ਤੇਰੇ ਨਾਲ ਕੋਈ ਦਿਲ ਦੀ ਗੱਲ ਕਰਾਂ, ਪਰ ਤੂੰ ਕਿਤੇ ਵਿਹਲੇ ਵੇਲੇ ਸੋਫੀ ਹਾਲਤ ਵਿੱਚ ਹੋਵੇ ਤਾਂ। ਕਹਿੰਦਾ ਉਹਦਾ ਦਾਦਾ ਵੀ ਉਹਨੂੰ ਇਹ ਗੱਲ ਕਹਿੰਦਾ ਏ, ਅਮਰੀਕ ਸਿੰਘ ਦਾ, ਕਿ ਮੈਂ ਸ਼ਾਇਦ ਕਰਤਾਰ ਸਿੰਘ ਤੇਰੇ ਨਾਲ ਕੋਈ ਮੈਂ ਸੋਚਦਾ ਕਿ ਤੇਰੇ ਨਾਲ ਗੱਲ ਕਰਾਂ। ਕਹਿੰਦਾ ਤੂੰ ਸੋਫੀ ਹਾਲਤ 'ਚ ਹੁੰਦਾ ਹੀ ਨਹੀਂ ਹੈ, ਠੀਕ ਹੈ, ਤੇ ਅਮਰੀਕ ਸਿੰਘ ਵੀ ਇਹੀ ਸੋਚਦਾ ਕਿ ਉਹ ਆਪਦੇ ਪਿਤਾ ਨਾਲ ਕੋਈ ਗੱਲ ਕਰੇ, ਠੀਕ ਹੈ, ਕਿਉਂਕਿ ਉਹ ਉਹਨੂੰ ਬੈਲ ਹੈ ਵੀ ਇੰਨੇ ਲੱਗੇ ਹੋਏ ਆ, ਸ਼ਰਾਬ ਪੀਂਦਾ, ਫੀਮ ਖਾਂਦਾ, ਠੀਕ ਹੈ, ਉਹ ਵੀ ਮਤਲਬ ਫਿਰ ਹੁਣ ਉਹ ਮਰਨ ਤੋਂ ਬਾਅਦ ਸੋਚਦਾ ਕਿ ਉਹਨੇ ਆਪਦੇ ਪਿਤਾ ਦੇ ਨਾਲ ਕੋਈ ਦਿਲ ਦੀ ਗੱਲ ਸਾਂਝੀ ਨਹੀਂ ਕੀਤੀ। ਕਹਿੰਦਾ ਕਰ ਤੂੰ ਜਿਹੜੀ ਕਰਨੀ ਹੈ, ਤੇਰੀ ਨਹੀਂ ਤਾਂ ਹੋਰ ਕਿਹਦੀ ਮੰਨਣੀ ਹੈ, ਤੇਰੇ ਸਿਰ ਤੇ ਬਜ਼ੁਰਗ ਐਸ਼ ਕਰਦੇ ਆ। ਉਹਨੂੰ ਕਹਿੰਦਾ ਤਾਂ ਐਵੇਂ ਵੀ ਕਰ ਕਿਹੜੀ ਗੱਲ ਕਰਨੀ ਹੈ, ਤੇਰੇ ਸਿਰ ਤੇ ਐਸ਼ ਕਰਦੇ ਆ, ਪਰ ਸੁਣਦਾ ਨਹੀਂ ਹੈ। ਠੀਕ ਹੈ ਵੀ ਬੱਚੋ, ਅੱਜ ਆਪਾਂ ਇਹ ਕਹਾਣੀ ਜਿਹੜੀ ਹੈਗੀ ਇੱਥੋਂ ਤੱਕ ਹੀ ਮਤਲਬ ਕਰਾਂਗੇ, ਤੇ ਇੱਥੋਂ ਤੱਕ ਤੁਸੀਂ ਇਹਦੇ ਵਿੱਚੋਂ ਜਿਹੜੇ ਹੈਗੇ ਐਕਸਟਰਾ ਕੁਐਸਚਨ ਫਾਈਂਡ ਕਰਨੇ ਆ, ਠੀਕ ਹੈ। ਇਹਦੇ ਨਾਲ ਸੰਬੰਧਿਤ ਜਿਹੜੇ ਤੁਹਾਨੂੰ 3 ਕੁਐਸਚਨ ਆਪਾਂ ਪਹਿਲਾਂ ਕੀਤੇ ਸੀਗੇ NCERT, ਤੇ ਚੌਥੇ ਤੋਂ ਲੈ ਕੇ ਬਚਪਨ ਵਿੱਚ ਅਮਰੀਕ ਸਿੰਘ ਕਿਹੋ ਜਿਹੇ ਬਾਪ ਦੀ ਕਲਪਨਾ ਕਰਦਾ ਏ, ਅਮਰੀਕ ਸਿੰਘ ਦੇ ਫਿਰ ਦਾਦੇ ਨੇ ਗਹਿਣੇ ਪਈ ਜ਼ਮੀਨ ਜਾਂ ਪੈਲੀ ਨੂੰ ਕਿਵੇਂ ਛਡਵਾਇਆ, ਠੀਕ ਹੈ। ਚੌਥਾ 5ਵਾਂ ਕੁਐਸਚਨ NCERT, ਇਹ ਆਪਾਂ ਇਹਦੇ ਨਾਲ ਸੰਬੰਧਿਤ ਤੁਸੀਂ ਲਿਖਣੇ ਆ, ਕਰਨੇ ਆ, ਤੇ ਬਾਕੀ ਜਿਹੜਾ ਸੀਗਾ ਕੋਈ ਇਹਦੇ ਨਾਲ ਸੰਬੰਧਿਤ ਤੁਹਾਨੂੰ ਡਾਊਟ ਹੋਇਆ ਉਹ ਆਪਾਂ ਕਲਾਸ 'ਚ ਡਿਸਕਸ ਕਰਾਂਗੇ। ਧੰਨਵਾਦ।